ਨਤੀਜਿਆਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਤੋਂ ਕੀਤੀ ਮੰਗ ਕਿ ਮੁਲਾਜ਼ਮਾਂ ਨੂੰ ਮੁਹੱਈਆ ਕਰਵਾਏ ਜਾਣ ਪੋਸਟਲ ਬੈਲਟ ਪੇਪਰ ਤਾਂ 9 ਮਾਰਚ ਤੋਂ ਪਹਿਲਾਂ ਉਹ ਆਪਣੇ ਵੋਟ ਹੱਕ ਦਾ ਕਰ ਸਕਣ ਇਸਤੇਮਾਲ। ਨਤੀਜਿਆਂ ਤੋਂ ਪਹਿਲਾਂ ਹੀ ਈਵੀਐਮ ਤੇ ਵਾਰ ਪਲਟਵਾਰ ਪੱਠਲ ਦੇ ਬਿਆਨਾਂ ਤੇ ਭੜਕੀ ਬੀਜੇਪੀ ਕਿ ਹਾਰ ਨੂੰ ਵੇਖਦਿਆਂ ਈਵੀਐਮ ਤੇ ਠੀਕਰਾ ਬਣ ਰਹੀ ਕਾਂਗਰਸ। ਪੱਠਲ ਨੇ ਕੁਝ ਸੀਟਾਂ ਤੇ ਗੜਬੜੀ ਹੋਣ ਦਾ ਜਤਾਇਆ ਸੀ ਖਦਸ਼ਾ। ਬੀਬੀਐਮਬੀ ਦੇ ਮਸਲੇ ਦੇ ਪੰਜਾਬ ਦੇ ਵਿੱਚ ਕੇਂਦਰ ਖਿਲਾਫ ਵਿਰੋਧ ਪ੍ਰਦਰਸ਼ਨ ਜਾਰੀ। ਬੀਕੇ ਉਗਰਾਹਾਂ ਨੇ ਕਈ ਸ਼ਹਿਰਾਂ ਦੇ ਵਿੱਚ ਘੇਰੇ ਡੀਸੀ ਦਫ਼ਤਰ। ਸਥਾਈ ਮੈਂਬਰਸ਼ਿਪ ਦੀ ਸ਼ਰਤ ਮੁੜ ਲਾਗੂ ਕਰਨ ਨੂੰ ਲੈ ਕੇ ਸੌਂਪੇ ਮੰਗ ਪੱਤਰ। ਬੀਬੀਐਮਬੀ ਦੇ ਵਿੱਚ ਸਥਾਈ ਮੈਂਬਰਸ਼ਿਪ ਨੂੰ ਲੈ ਕੇ ਹਰਿਆਣਾ ਵਿੱਚ ਹੋਣ ਲੱਗਿਆ ਲਾਮਬੰਦ। ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਬੋਲੇ ਬੋਰਡ ਦੇ ਵਿੱਚ ਹਿੱਸਾ ਨਹੀਂ ਛੱਡਾਂਗੇ, ਪ੍ਰਧਾਨ ਮੰਤਰੀ ਤੋਂ ਵੀ ਕਰਾਂਗੇ ਦਖਲ ਦੀ ਮੰਗ। ਗੁਰਦਾਸਪੁਰ ਦੇ ਵਿੱਚ ਆਮ ਆਦਮੀ ਪਾਰਟੀ ਵਰਕਰ ਦੇ ਘਰ ਤੇ ਹਮਲਾ। ਨਕਾਬਪੋਸ਼ ਲੋਕਾਂ ਨੇ ਅੰਨ੍ਹੇਵਾਹ ਕੀਤਾ ਪੱਥਰਾ, ਗੇਟ ਤੇ ਮਾਰੀਆਂ ਕਿਰਪਾਨਾਂ। ਆਪ ਵਰਕਰ ਨੇ ਕਾਂਗਰਸੀ ਸਰਪੰਚ ਤੇ ਲਾਏ ਇਲਜ਼ਾਮ। ਜੰਗ ਦੇ ਵਿਚਾਲੇ ਰੂਸ ਦਾ ਬਹੁਤ ਵੱਡਾ ਐਲਾਨ। 2 ਸ਼ਹਿਰਾਂ ਦੇ ਵਿੱਚ ਕੀਤਾ ਸੀਜ਼ਫਾਇਰ। ਫਸੇ ਹੋਏ ਲੋਕਾਂ ਨੂੰ ਕੱਢਣ ਦੇ ਲਈ ਰੋਕੇ ਹਮਲੇ। ਯੂਕਰੇਨ ਡਰੋਨ ਦੀ ਮਦਦ ਦੇ ਨਾਲ ਦੇ ਰਿਹਾ ਰੂਸ ਨੂੰ ਮੂੰਹ ਤੋੜ ਜਵਾਬ। ਦੁਸ਼ਮਣ ਦਾ MI-24 ਲੜਾਕੂ ਹੈਲੀਕਾਪਟਰ ਕੀਤਾ ਢੇਰ। ਡਰੋਨ ਦੇ ਜ਼ਰੀਏ ਬਣਾਇਆ ਨਿਸ਼ਾਨਾ। ਯੂਕਰੇਨ 'ਚ ਵੜੇ ਰੂਸੀ ਫੌਜੀਆਂ ਦਾ ਨਾਗਰਿਕਾਂ ਦੇ ਵੱਲੋਂ ਜ਼ਬਰਦਸਤ ਵਿਰੋਧ। ਸ਼ਹਿਰ ਸੜਕਾਂ ਤੇ ਉਤਰੇ ਲੋਕ। ਮੈਰੀਟੋਪੋਲ ਦੇ ਵਿੱਚ ਫਾਇਰਿੰਗ ਦੇ ਵਿਚਾਲੇ ਨਾਗਰਿਕਾਂ ਨੇ ਕੀਤਾ ਪ੍ਰਦਰਸ਼ਨ। ਖਰਸਾਨ ਦੇ ਵਿੱਚ ਦੁਸ਼ਮਣ ਫੌਜ ਦੇ ਕਾਫਲਿਆਂ ਅੱਗੇ ਨਿਹੱਥ ਡਟੇ ਯੂਕਰੇਨੀ। ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਦੇ ਲਈ ਰਾਹਤ ਦੀ ਖਬਰ। ਭਾਰਤ ਦੇ ਵਿੱਚ ਹੀ ਪੂਰੀ ਕਰ ਸਕਣਗੇ ਇੰਟਰਨਸ਼ਿਪ। ਮੈਡੀਕਲ ਕਮਿਸ਼ਨ ਨੇ ਦਿੱਤੀ ਮਨਜ਼ੂਰੀ। ਪੋਲੈਂਡ ਦੀ ਰਾਜਧਾਨੀ ਵਾਰਸੋ ਪਹੁੰਚੇ ਕਾਂਗਰਸ ਸਾਂਸਦ ਗੁਰਜੀਤ ਔਜਲਾ। ਯੂਕਰੇਨ ਤੋਂ ਬਚ ਕੇ ਆਏ ਭਾਰਤੀਆਂ ਦੇ ਨਾਲ ਕੀਤੀ ਮੁਲਾਕਾਤ। ਹਰ ਸੰਭਵ ਮਦਦ ਦਾ ਦਿੱਤਾ ਭਰੋਸਾ। ਸਤਿ ਸ਼੍ਰੀ ਅਕਾਲ। ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਵੱਡਾ ਮਸਲਾ ਇਸ ਵੇਲੇ ਬਣਿਆ ਹੋਇਆ ਹੈ। ਰੂਸ ਦੇ ਵੱਲੋਂ ਜੋ ਜੰਗ ਕੀਤੀ ਜਾ ਰਹੀ ਹੈ ਯੂਕਰੇਨ ਦੇ ਵਿੱਚ ਜਾ ਕੇ, ਔਰ ਦੂਸਰੇ ਪਾਸੇ ਨਤੀਜੇ ਵੀ 5 ਦਿਨ ਦੂਰ ਰਹਿ ਗਏ ਨੇ। ਪਰ ਸ਼ੁਰੂਆਤ ਕਰਦੇ ਹਾਂ ਬੁਲੇਟਿਨ ਦੀ ਚੰਡੀਗੜ੍ਹ ਤੋਂ। ਚੰਡੀਗੜ੍ਹ ਨੂੰ ਲੈ ਕੇ ਇੱਕ ਹੋਰ ਵੱਡਾ ਬਦਲਾਅ ਸਾਹਮਣੇ ਆਇਆ। ਇੱਕ ਹੋਰ ਵੱਡੀ ਖਬਰ ਹੈ ਚੰਡੀਗੜ੍ਹ ਨੂੰ ਲੈ ਕੇ। ਬੀਬੀਐਮਬੀ ਤੋਂ ਬਾਅਦ ਸਿਟਕੋ ਦੇ ਵਿੱਚ ਵੱਡਾ ਪ੍ਰਸ਼ਾਸਨਿਕ ਬਦਲਾਅ ਕੀਤਾ ਗਿਆ। ਪਹਿਲੀ ਵਾਰ ਯੂਟੀ ਕੈਡਰ ਦੇ ਅਫਸਰ ਨੂੰ ਐਮਡੀ ਦਾ ਜ਼ਿੰਮਾ ਦਿੱਤਾ ਗਿਆ। ਆਈਏਐਸ ਪੂਰਵਾ ਗਰਗ ਨੂੰ ਐਮਡੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਚੰਡੀਗੜ੍ਹ ਇੰਡਸਟਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ। ਸੋ ਕੁੱਲ ਮਿਲਾ ਕੇ ਬੀਬੀਐਮਬੀ ਦਾ ਮੁੱਦਾ ਹਾਲੇ ਠੰਡਾ ਨਹੀਂ ਸੀ ਹੋਇਆ। ਇਸ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਹੋ ਰਹੇ ਨੇ ਵੱਖੋ-ਵੱਖ ਥਾਈਂ। ਲਗਾਤਾਰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਪੰਜਾਬ ਦੇ ਵਿੱਚੋਂ ਪ੍ਰਦਰਸ਼ਨ ਸਾਹਮਣੇ ਆ ਰਹੇ ਨੇ, ਪੁਤਲੇ ਫੂਕੇ ਜਾ ਰਹੇ ਨੇ। ਤਾਂ ਜੇ ਮਸਲਾ ਠੰਡਾ ਨਹੀਂ ਸੀ ਹੋਇਆ ਤਾਂ ਹੁਣ ਦੂਜਾ ਇੱਕ ਵੱਡਾ ਹੋਰ ਬਦਲਾਅ ਵੇਖਣ ਨੂੰ ਮਿਲਿਆ ਚੰਡੀਗੜ੍ਹ ਦੇ ਵਿੱਚ। ਹਾਲਾਂਕਿ ਯੂਟੀ ਪੂਰੀ ਤਰ੍ਹਾਂ ਦੇ ਨਾਲ ਨਹੀਂ ਹੈ। ਚੰਡੀਗੜ੍ਹ ਦੀ ਗੱਲ ਕੀਤੀ ਜਾਵੇ, ਟੈਂਪਰੇਰੀ ਤੌਰ ਤੇ ਯੂਟੀ ਜਿਹੜਾ ਕਰਾਰ ਦਿੱਤਾ ਗਿਆ ਸੀ ਔਰ ਉਸ ਦੇ ਵਿੱਚ ਪੰਜਾਬ ਦੇ ਅਧਿਕਾਰ ਰੱਖੇ ਗਏ ਸਨ ਤਾਂ ਹਰਿਆਣਾ ਦੇ ਵੀ ਇੱਕ ਸੰਧੀ ਹੋਈ ਸੀ ਤੇ ਉਸ ਦੇ ਮੁਤਾਬਿਕ ਹੁਣ ਤੱਕ ਚੱਲਿਆ ਆ ਰਿਹਾ ਸੀ। ਪਰ ਵੱਡੇ ਬਦਲਾਅ ਹੁਣ ਜਿਹੜੇ ਨੇ ਉਹ ਲਗਾਤਾਰ ਇੱਕ ਤੋਂ ਬਾਅਦ ਇੱਕ ਸਾਹਮਣੇ ਆ ਰਹੇ ਨੇ। ਤੇ ਜਦੋਂ ਬੀਜੇਪੀ ਦੇ ਲੀਡਰਾਂ ਨਾਲ ਗੱਲ ਕਰਦੇ ਆ ਤਾਂ ਉਹਨਾਂ ਦਾ ਕਹਿਣਾ ਹੁੰਦਾ ਕਿ ਅਸੀਂ ਸਿੱਧੇ ਤੌਰ ਤੇ ਕੋਈ ਵੀ ਬਦਲਾਅ ਨਹੀਂ ਕਰ ਰਹੇ, ਅਸਿੱਧੇ ਤੌਰ ਤੇ ਹੋ ਸਕਦਾ ਹੈ। ਸੋ ਬੀਬੀਐਮਬੀ ਤੋਂ ਬਾਅਦ ਹੁਣ ਸਿਟਕੋ ਦੇ ਵਿੱਚ ਵੱਡਾ ਪ੍ਰਸ਼ਾਸਨਿਕ ਬਦਲਾਅ ਹੋਇਆ। ਪਹਿਲੀ ਵਾਰ ਯੂਟੀ ਕੈਡਰ ਦੇ ਅਫਸਰ ਨੂੰ ਜਿਹੜਾ ਹੈ ਐਮਡੀ ਦਾ ਜ਼ਿੰਮਾ ਸੌਂਪਿਆ ਗਿਆ। ਜੇਕਰ ਗੱਲ ਕੀਤੀ ਜਾਵੇ ਥੋੜਾ ਜਿਹਾ ਇਸ ਮਸਲੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਤਾਂ ਅਫਸਰਾਂ ਦੇ ਅਹੁਦਿਆਂ ਨੂੰ ਲੈ ਕੇ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ। ਕਿਉਂਕਿ ਜੇਕਰ ਬੀਬੀਐਮਬੀ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਵੀ ਜਿਹੜੇ 2 ਅਹਿਮ ਮਹਿਕਮੇ ਨੇ, ਇੱਕ ਵੱਡੀਆਂ ਪੋਸਟਾਂ ਸਨ ਤਾਂ ਪਹਿਲਾਂ ਪੰਜਾਬ ਔਰ ਹਰਿਆਣਾ ਤੱਕ ਸੀਮਤ ਸੀਗੀਆਂ, ਪਰ ਹੁਣ ਉਹ ਕਿਸੇ ਵੀ ਸੂਬੇ ਤੋਂ ਹੋ ਸਕਦੇ ਨੇ। ਔਰ ਹੁਣ ਜੇਕਰ ਦੂਸਰੇ ਇਸ ਮੁੱਦੇ ਦੀ ਗੱਲ ਕੀਤੀ ਜਾਵੇ ਤਾਂ ਯੂਟੀ ਕੈਡਰ ਦੇ ਅਫਸਰ ਨੂੰ ਐਮਡੀ ਦਾ ਜ਼ਿੰਮਾ ਦੇ ਦਿੱਤਾ ਗਿਆ। ਸੋ ਆਖਿਰਕਾਰ ਕਿਸ ਤਰ੍ਹਾਂ ਦੇ ਨਾਲੇ ਮੁੱਦਾ ਔਰ ਇਸ ਹੋਰ ਡੂੰਘਾਈ ਦੇ ਵਿੱਚ ਸਮਝਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ। ਅਮਨ ਭਾਰਦਵਾਜ ਨੇ ਸਾਡੇ ਨਾਲ ਫੋਨ ਲਾਈਨ ਤੇ ਪੱਤਰਕਾਰ। ਅਮਨ, ਥੋੜਾ ਜਿਹਾ ਸੌਖੀ ਭਾਸ਼ਾ 'ਚ ਸਮਝਾਂਗੇ ਜੇਕਰ ਇਸ ਹੋਰ ਨਵੇਂ ਵਿਵਾਦ ਦੀ ਗੱਲ ਕੀਤੀ ਜਾਵੇ ਚੰਡੀਗੜ੍ਹ ਦੇ ਨਾਲ ਜੁੜੇ ਹੋਏ ਮੁੱਦੇ ਦੀ। ਗੁਰਜੋਤ, ਦੇਖੋ ਜੋ ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਅਫਸਰ ਨੇ ਉਹਨਾਂ ਨਾਲ ਗੱਲਬਾਤ ਹੋਈ ਹੈ, ਉਹ ਜਾਣਕਾਰੀ ਇਹ ਦੇ ਰਹੇ ਨੇ ਕਿ 8 ਵਾਰ ਜਿਹੜਾ ਹੈ ਉਹ ਪੰਜਾਬ ਨੂੰ ਇਸ ਬਾਰੇ ਪੈਨਲ ਮੰਗਿਆ ਗਿਆ। ਉਹਨਾਂ ਨੂੰ ਕਿਹਾ ਗਿਆ ਕਿ ਅਫਸਰਾਂ ਦਾ ਪੈਨਲ ਦੱਸਿਆ ਜਾਏ
ਕਿਸ ਨੂੰ ਐਮਡੀ ਲਗਾਣਾ, ਕਿਉਂਕਿ ਹੁਣ ਤੱਕ ਸਿਟਕੋ ਦੇ ਐਮਡੀ ਜਸਵਿੰਦਰ ਕੌਰ ਸਿੱਧੂ ਸੀਗੇ ਜੋ ਕਿ ਪੰਜਾਬ ਕੈਡਰ ਤੋਂ ਹੈ। ਹੁਣ ਆਖਰੀ ਵਾਰ 25 ਫਰਵਰੀ ਨੂੰ ਜਿਹੜਾ ਹੈ ਪੈਨਲ ਲਈ ਰਿਕੁਐਸਟ ਕੀਤੀ ਗਈ, ਚੰਡੀਗੜ੍ਹ ਦੇ ਐਡਵਾਈਜ਼ਰ ਤੱਕ ਨੇ ਜਿਹੜਾ ਹੈ ਉਹ ਪੈਨਲ ਮੰਗਿਆ, ਲੇਕਿਨ ਚੀਫ ਸੈਕਟਰੀ ਜਾਂ ਪਰਸਨਲ ਡਿਪਾਰਟਮੈਂਟ ਜਿਹੜਾ ਪੰਜਾਬ ਦਾ ਹੈਗਾ ਉਸ ਵੱਲੋਂ ਕੋਈ ਰਿਸਪੌਂਸ ਨਹੀਂ ਮਿਲਿਆ। ਔਰ ਬੀਬੀਐਮਬੀ ਤੋਂ ਬਾਅਦ ਇਹ ਕਿਤੇ ਨਾ ਕਿਤੇ ਇਸ ਨੂੰ ਰਿਲੇਟ ਕਰਕੇ ਜ਼ਰੂਰ ਦੇਖਿਆ ਜਾ ਰਿਹਾ, ਕਿਉਂਕਿ ਪੰਜਾਬ ਵੱਲੋਂ ਇਲਜ਼ਾਮਾਤ ਬਾਰ-ਬਾਰ ਲੱਗਦੇ ਨੇ, ਚਾਹੇ ਜਸਬੀਰ ਗਿੱਲ ਡਿੰਪਾ ਦੀ ਗੱਲ ਹੋਵੇ ਸਾਂਸਦ, ਚਾਹੇ ਸੁਨੀਲ ਜਾਖੜ ਦੀ, ਕਿ ਪੰਜਾਬ ਦਾ ਜਿਹੜਾ ਫੈਡਰਲ ਸਟਰਕਚਰ ਹੈ ਉਸ ਦੀ ਬੈਕਡੋਰ ਐਂਟਰੀ ਨੂੰ ਤਾਂ ਇਸ ਤਰੀਕੇ ਦੀ ਨਿਯੁਕਤੀਆਂ ਨਾਲ ਲਗਾਈ ਜਾ ਰਹੀ ਹੈ। ਔਰ ਇਸ ਤੋਂ ਪਹਿਲਾਂ ਬੀਬੀਐਮਬੀ 'ਚ ਜਿੱਥੇ ਨਿਯੁਕਤੀਆਂ ਜਿਹੜੀਆਂ ਹੈ ਉਸ ਦਾ ਫੰਡਾਮੈਂਟਲ ਸਟਰਕਚਰ ਬਦਲਿਆ ਗਿਆ। ਹੁਣ ਸਿਟਕੋ ਦੇ ਅੰਦਰ ਜਿਹੜਾ ਹੈ ਪਹਿਲਾਂ ਇੱਕ ਸੀਟ ਜਿਹੜੀ ਹੈ ਉਹ ਪੰਜਾਬ ਕੈਡਰ ਕੋਲ ਹੀ ਹੁੰਦੀ ਸੀ, ਲੇਕਿਨ 8 ਵਾਰ ਪੈਨਲ ਮੰਗਣ ਤੋਂ ਬਾਅਦ ਵੀ ਪੈਨਲ ਨਹੀਂ ਮਿਲਿਆ, ਅਫਸਰ ਨਹੀਂ ਮਿਲਿਆ ਔਰ ਟੈਨਿਓਰ ਖਤਮ ਹੋਇਆ। ਉਸ ਤੋਂ ਬਾਅਦ ਪੂਰਵਾ ਗਰਗ ਜਿਹੜੇ ਦਿੱਲੀ ਤੋਂ 1 ਮਹੀਨਾ ਪਹਿਲਾਂ ਚੰਡੀਗੜ੍ਹ ਆਏ ਸੀਗੇ, ਉਹ ਯੂਟੀ ਐਡਮਿਨਿਸਟ੍ਰੇਸ਼ਨ ਦੇ ਅੰਦਰ ਕੰਮ ਕਰ ਰਹੇ ਸੀ, ਆਈਏਐਸ ਨੇ, ਅਫਸਰ ਨੇ, ਉਹਨਾਂ ਨੂੰ ਜਿਹੜਾ ਹੈ ਹੁਣ ਐਮਡੀ ਸਿਟਕੋ ਦਾ ਲਗਾ ਦਿੱਤਾ ਗਿਆ ਹੈ। ਔਰ ਇਸ ਬਾਬਤ ਜਿਹੜੀ ਹੈ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਹੋਈ ਹੈ, ਲੇਕਿਨ ਉਹਨਾਂ ਦਾ ਸਿੱਧਾ ਤਰਕ ਇਹੀ ਹੈ ਕਿ ਪੰਜਾਬ ਵੱਲੋਂ ਪੈਨਲ ਨਹੀਂ ਮਿਲਿਆ, ਅਫਸਰਾਂ ਦੀ ਲਿਸਟ ਜਿਹੜੀ ਹੈ ਉਹ ਨਹੀਂ ਮਿਲੀ ਕਿ ਕਿਸ ਨੂੰ ਐਮਡੀ ਲਗਾਇਆ ਜਾਵੇ। ਔਰ ਇਹ ਪਹਿਲੀ ਦਫਾ ਹੋਇਆ ਹੈ ਕਿ ਸਿਟਕੋ ਦੇ ਅੰਦਰ ਪੰਜਾਬ ਦੀ ਤਾਂ ਹੁਣ ਦੂਸਰੀ ਜਿਹੜਾ ਕੈਡਰ ਹੈ ਉਹਨਾਂ ਨੂੰ ਜਗ੍ਹਾ ਮਿਲੀ ਹੋਵੇ, ਜਿਵੇਂ ਯੂਟੀ ਕੈਡਰ ਨੂੰ ਜਗ੍ਹਾ ਮਿਲੀ ਹੈ, ਇਹ ਪਹਿਲੀ ਦਫਾ ਹੋਇਆ ਹੈ। ਲੇਕਿਨ ਪੰਜਾਬ ਦੇ ਅੰਦਰ ਯੂਟੀ ਦੇ ਅੰਦਰ ਜਿੰਨੀਆਂ ਗੁਰਜੋਤ ਸੀਟਾਂ ਹੈ ਜਾਂ ਐਡਮਿਨਿਸਟ੍ਰੇਸ਼ਨ ਦੇ ਅੰਦਰ ਜਿੰਨੇ ਬੋਰਡ ਨੇ, ਜਿਵੇਂ ਬੀਬੀਐਮਬੀ ਹੈ ਤਾਂ ਜਾਂ ਚੰਡੀਗੜ੍ਹ ਪ੍ਰਸ਼ਾਸਨ ਹੈ, ਉਹਨਾਂ ਅੰਦਰ ਵੀ ਜਿਹੜੇ ਅਹੁਦੇ ਨੇ ਉਹ ਵੰਡੇ ਹੋਏ ਨੇ। ਜਿਵੇਂ ਹੋਮ ਸੈਕਟਰੀ ਹੈ ਉਹ ਹਰਿਆਣੇ ਤੋਂ ਆਉਂਦੇ ਨੇ, ਐਡਵਾਈਜ਼ਰ ਦਿੱਲੀ ਤੋਂ ਹੁੰਦੇ ਨੇ, ਫਾਈਨੈਂਸ ਦਾ ਜਿਹੜਾ ਡਿਪਾਰਟਮੈਂਟ ਸੈਕਟਰੀ ਹੁੰਦਾ ਉਹ ਪੰਜਾਬ ਤੋਂ ਆਉਂਦਾ, ਤਾਂ ਐਵੇਂ ਕੈਡਰ ਵੰਡੇ ਹੋਏ ਨੇ। ਔਰ ਇਹਨਾਂ ਦੇ ਅੰਦਰ ਤਬਦੀਲੀਆਂ ਕਿਤੇ ਨਾ ਕਿਤੇ ਜਿਹੜੀਆਂ ਹੋ ਰਹੀਆਂ ਉਸ ਤੇ ਜ਼ਰੂਰ ਸਵਾਲ ਖੜੇ ਹੋ ਰਹੇ ਨੇ। ਔਰ ਸ਼ੁਰੂਆਤ ਇਸ ਦੀ ਬੀਬੀਐਮਬੀ ਤੋਂ ਹੋਈ, ਉਸ ਤੋਂ ਬਾਅਦ ਜੋ ਸੀਆਈਐਸਐਫ ਲਗਾਈ ਜਾ ਰਹੀ ਹੈ ਉਸ ਤੇ ਸਵਾਲ ਖੜੇ ਹੋਏ, ਔਰ ਹੁਣ ਸਿਟਕੋ ਦੇ ਅੰਦਰ ਜਿਹੜੀ ਇਹ ਤਬਦੀਲੀ ਹੋਈ ਹੈ ਇਹ ਪਹਿਲੀ ਦਫਾ ਹੋਈ ਹੈ। ਇਸ ਤੇ ਪ੍ਰਸ਼ਾਸਨ, ਚੰਡੀਗੜ੍ਹ ਪ੍ਰਸ਼ਾਸਨ ਦਾ ਸਿੱਧਾ ਤਰਕ ਹੈ ਕਿ ਇਹ ਪੈਨਲ ਦਾ ਨਹੀਂ ਮਿਲਿਆ ਸੀਗਾ। ਕੋਈ ਸਵਾਲ ਹੈ ਨਾ ਅਮਨ, ਇੱਕ ਤਾਂ ਚਿੱਠੀ ਅਸੀਂ ਦਰਸ਼ਕਾਂ ਨੂੰ ਵਿਖਾ ਰਹੇ ਹਾਂ, ਐਕਸਕਲੂਸਿਵ ਚਿੱਠੀ ਜਿਹੜਾ ਲੈਟਰ ਹੈ ਅਪਾਇੰਟਮੈਂਟ ਦਾ, ਉਹ ਵੀ ਅਸੀਂ ਲਗਾਤਾਰ ਵਿਖਾ ਰਹੇ ਹਾਂ, ਦੁਬਾਰਾ ਫਿਰ ਤੋਂ ਦਿਖਾਣੇ ਸਕਰੀਨ ਤੇ। ਔਰ ਦੂਸਰਾ ਸਵਾਲ ਇਹ ਕਿ ਜੋ ਤਰਕ ਦਿੱਤਾ ਜਾ ਰਿਹਾ ਉਸ ਨੂੰ ਕਿੰਨਾ ਕੁ ਤੁਸੀਂ ਵੈਲਿਡ ਮੰਨਦੇ ਹੋ, ਕਿ ਉਸ ਦੇ ਬਾਬਤ ਤੁਸੀਂ ਸਵਾਲ ਕੀਤਾ ਪੰਜਾਬ ਦੇ ਕਿਸੇ ਅਫਸਰ ਦੇ ਨਾਲ ਜਾਂ ਹੋਰ ਗੱਲਬਾਤ ਹੋਈ ਤੁਹਾਡੀ ਕਿ ਕਿਉਂ ਨਹੀਂ ਭੇਜੇ? ਗੁਰਜੋਤ ਪੰਜਾਬ ਦਾ ਇਸ ਤੇ ਹਲੇ ਤੱਕ ਕੋਈ ਜਿਹੜਾ ਸਿੱਧੇ ਤੌਰ ਤੇ ਕਲੈਰੀਫਿਕੇਸ਼ਨ ਹੈ ਉਹ ਨਹੀਂ ਆਇਆ, ਕਿਉਂਕਿ ਕੋਡ ਆਫ ਕੰਡਕਟ ਪੰਜਾਬ ਦੇ ਅੰਦਰ ਲਾਗੂ ਹੈ ਔਰ ਸਾਰਾ ਨਿਯੰਤਰਣ ਜਿਹੜਾ ਹੈ ਉਹ ਇਲੈਕਸ਼ਨ ਕਮਿਸ਼ਨ ਕੋਲ ਹੈ। ਲੇਕਿਨ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਹ ਜ਼ਰੂਰ ਸਾਫ਼ ਕੀਤਾ ਗਿਆ ਕਿ ਚੀਫ ਸੈਕਟਰੀ ਵੱਲੋਂ ਕੋਈ ਰਿਸਪੌਂਸ ਨਹੀਂ ਮਿਲਿਆ। ਇਹ ਜਿਹੜੇ ਸੋਰਸਿਸ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਅਫਸਰ ਨੇ ਉਹ ਜਾਣਕਾਰੀ ਦੇ ਰਹੇ ਨੇ ਕਿ ਚੀਫ ਸੈਕਟਰੀ ਤੱਕ ਨੇ ਰਿਸਪੌਂਸ ਨਹੀਂ ਕੀਤਾ ਔਰ 8 ਵਾਰ ਪੈਨਲ ਮੰਗਿਆ ਗਿਆ, ਇੱਥੋਂ ਤੱਕ ਕਿ ਚੰਡੀਗੜ੍ਹ ਦੇ ਜਿਹੜੇ ਐਡਵਾਈਜ਼ਰ ਨੇ ਉਹਨਾਂ ਵੱਲੋਂ ਵੀ ਪੈਨਲ ਦੇ ਲਈ ਕਿਹਾ ਗਿਆ, ਲੇਕਿਨ ਫਿਰ ਵੀ ਪੈਨਲ ਨਹੀਂ ਮਿਲਿਆ। ਔਰ ਆਖਰੀ ਵਾਰ 25 ਫਰਵਰੀ ਨੂੰ ਪੈਨਲ ਮੰਗਿਆ ਗਿਆ, ਟੈਨਿਓਰ ਕਿਉਂਕਿ ਖਤਮ ਹੋ ਰਿਹਾ ਸੀਗਾ, ਲੇਕਿਨ ਕੋਈ ਜਵਾਬ ਜਿਹੜਾ ਹੈ ਉਹ ਪੰਜਾਬ ਵੱਲੋਂ ਨਹੀਂ ਆਇਆ। ਔਰ ਉਹ ਇਸ ਬਾਬਤ तमाम ਚਿੱਠੀਆਂ ਵੀ, ਕਿਉਂਕਿ ਜਦੋਂ 8 ਵਾਰ ਉਹਨਾਂ ਨੇ ਗੱਲਬਾਤ ਕੀਤੀ ਹੈ ਤਾਂ ਜ਼ਾਹਿਰ ਤੌਰ ਤੇ ਉਹ ਲਿਖਤੀ ਤੌਰ ਤੇ ਕੀਤੀ ਹੈ। ਔਰ ਫਿਰ ਉਸ ਤੋਂ ਬਾਅਦ ਹਾਰ ਕੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਜਿਹੜਾ ਹੈ ਉਹ ਸਿਟਕੋ ਲਈ ਯੂਟੀ ਕੈਡਰ ਦੇ ਅਫਸਰ ਨੂੰ ਲਗਾਉਣਾ ਪਿਆ। ਲੇਕਿਨ ਇਸ ਤੇ ਪੰਜਾਬ ਦਾ ਜਿਹੜਾ ਪੱਖ ਹੁੰਦਾ ਹੈ, ਪੰਜਾਬ ਦੇ ਨਜ਼ਰੀਏ ਤੇ ਦੇਖੀਏ ਤਾਂ ਲਾਜ਼ਮੀ ਤੌਰ ਤੇ ਸਵਾਲ ਉੱਠਦੇ ਹੀ ਨੇ ਕਿ ਅਲਟਰਨੇਟਿਵ ਇਸ ਦੀ ਥਾਂ ਤੇ ਕੋਈ ਹੋਰ ਵੀ ਕੱਢਿਆ ਜਾ ਸਕਦਾ ਹੈ ਜਾਂ ਹੋਰ ਤਰੀਕਾ ਜਿਹੜਾ ਹੈ ਉਹ ਇਖਤਿਆਰ ਕੀਤਾ ਜਾ ਸਕਦਾ ਸੀਗਾ। ਲੇਕਿਨ ਜਿਸ ਤਰੀਕੇ ਦੇ ਨਾਲ ਬੀਬੀਐਮਬੀ ਫਿਰ ਸੀਆਈਐਸਐਫ ਲਗਾਉਣਾ, ਉਸ ਤੋਂ ਬਾਅਦ ਸਿਟਕੋ ਦੇ ਅੰਦਰ ਤਬਦੀਲੀ ਕਰਨਾ, ਤਾਂ ਇਹ ਕਿਤੇ ਨਾ ਕਿਤੇ ਇਸ ਨੂੰ ਸਿਆਸਤ ਨਾਲ ਜ਼ਰੂਰ ਜੋੜ ਕੇ ਲੋਕ ਦੇਖਦੇ ਨੇ, ਜਿਵੇਂ ਚਾਹੇ ਉਹ ਪੋਲੀਟੀਕਲ ਮਾਹਿਰ ਨੇ, ਚਾਹੇ ਸਿਆਸੀ ਮਾਹਿਰ ਨੇ, ਚਾਹੇ ਉਹ ਐਨਾਲਿਸਿਸ ਕਰਨੇ ਵਾਲੇ ਲੋਕ ਨੇ, ਕਿ ਜਦੋਂ ਤੱਕ ਹੁਣ ਤੱਕ ਜਿਹੜੇ ਚੇਂजेस ਨਹੀਂ ਹੋਏ, ਚਾਹੇ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੀ ਗੱਲ ਕਰੀਏ, ਚਾਹੇ 74 ਦੀ ਗੱਲ ਕਰੀਏ, ਤਾਂ ਹੁਣ ਤੱਕ ਇਹ ਤਬਦੀਲੀਆਂ ਜਦੋਂ ਨਹੀਂ ਹੋਈਆਂ ਤਾਂ ਹੁਣ ਅਜਿਹੀ ਕੀ ਜ਼ਰੂਰਤ ਹੈ ਜਿਹੜੀ ਇਹ ਤਬਦੀਲੀਆਂ ਹੋ ਰਹੀਆਂ ਨੇ। ਮੈਂ ਵਾਪਸ ਆ ਰਹੀਆਂ, ਜੁੜੇ ਰਹੋ ਤੁਸੀਂ ਅਮਨ ਸਾਡੇ ਨਾਲ, ਜ਼ਿਆਦਾ ਜਾਣਕਾਰੀ ਦੇ ਲਈ ਹੋਰ ਵੀ ਅਸੀਂ ਜ਼ਰੂਰ ਡੰਗਾਈ 'ਚ ਜਾਵਾਂਗੇ। ਅਮਨ ਅਰੋੜਾ ਨੇ ਸਾਡੇ ਨਾਲ ਫੋਨ ਲਾਈਨ ਤੇ, ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਨੇ ਔਰ ਸੀਨੀਅਰ ਆਗੂ ਵੀ ਨੇ। ਅਰੋੜਾ ਸਾਹਿਬ, ਤੁਸੀਂ ਕੀ ਕਹੋਗੇ ਜੇਕਰ ਹੁਣ ਇਸ ਮੁੱਦੇ ਦੀ ਗੱਲ ਕੀਤੀ ਜਾਵੇ ਕਿ ਸਿਰਫ ਖਾਲੀ ਪ੍ਰਦਰਸ਼ਨਾਂ ਦੇ ਨਾਲ, ਪੁਤਲੇ ਫੂਕਣ ਦੇ ਨਾਲ, ਮੰਗ ਚੁੱਕਣ ਦੇ ਨਾਲ, ਚਿੱਠੀਆਂ ਲਿਖਣ ਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਮਸਲਾ ਹੱਲ ਹੋ ਜਾਏਗਾ? ਕਿਉਂਕਿ ਇਹ ਤੀਜਾ ਮਸਲਾ ਹੈਗਾ ਇਹਨਾਂ ਕੁਝ ਦਿਨਾਂ ਦੇ ਵਿੱਚ ਚੰਡੀਗੜ੍ਹ ਨੂੰ ਲੈ ਕੇ। ਦੇਖੋ ਮੈਡਮ, ਇਸ ਤਰ੍ਹਾਂ ਹੈ ਕਿ ਪਿਛਲੇ ਲੰਬੇ ਸਮੇਂ ਤੋਂ, ਜੇ ਸਿਰਫ ਆਪਾਂ ਹੁਣ ਇਹਦਾ 5-10 ਦਿਨ ਦੀ ਡਿਵੈਲਪਮੈਂਟਸ ਨੂੰ ਛੱਡ ਦੋ, ਇਸ ਤੋਂ ਪਹਿਲਾਂ ਵੀ ਜੇ ਗੱਲ ਕਰੀਏ ਤਾਂ ਚਾਹੇ ਤਾਂ ਜੀਐਸਟੀ ਰਿਫੰਡ ਦੀ ਗੱਲ ਹੁੰਦੀ ਸੀਗੀ, ਚਾਹੇ ਆਰਟੀਐਫ ਰਿਫੰਡ ਦੀ ਗੱਲ ਹੁੰਦੀ ਸੀ, ਫਿਰ ਚਾਹੇ 3 ਕਾਲੇ ਕਾਨੂੰਨਾਂ ਦੀ ਗੱਲ ਕਰ ਲਓ, ਤੇ ਚਾਹੇ ਬਿਜਲੀ ਦਾ ਜਿਹੜਾ ਅਮੈਂਡਮੈਂਟ ਐਕਟ ਲੈ ਕੇ ਆਈ ਸੀ ਕੇਂਦਰ ਸਰਕਾਰ, ਉਹਨਾਂ ਦੀ ਗੱਲ ਕਰ ਲਓ। ਪਿਛਲੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਜਿਹੜੀ ਪੰਜਾਬ ਦੇ ਨਾਲ ਮਤਰੀਮਾਂ ਵਾਲਾ ਸਲੂਕ ਜਿਹੜਾ ਉਹ ਕਰ ਰਹੀ ਹੈ। ਹੁਣ ਪਿਛਲੇ 1 ਹਫ਼ਤੇ ਦੇ ਵਿੱਚ
ਜਿਸ ਤਰੀਕੇ ਦੇ ਨਾਲ BBMB ਦਾ ਫੈਸਲਾ ਕੀਤਾ ਗਿਆ ਆਰਬਿਟਰਰੀ ਤੌਰ ਤੇ ਯੂਨੀਲੈਟਰਲੀ ਆਪਣੇ ਆਪ ਦੇ ਉੱਪਰ ਹੀ ਬਿਨਾਂ ਕਿਸੇ ਨਾਲ ਕੰਸਲਟ ਕੀਤੇ ਪੰਜਾਬ ਦੇ ਹਿੱਤਾਂ ਨੂੰ ਢਾਲਣ ਵਾਲਾ ਫੈਸਲਾ ਕੀਤਾ, ਤੇ ਹੁਣ ਆਹ ਸਿਟਕੋ ਵਾਲੀ ਜਿਹੜੀ ਗੱਲ ਹੈ ਉਹ ਅੱਜ ਸੁਣਨ ਨੂੰ ਮਿਲ ਰਹੀ ਹੈ। ਮੈਂ ਸਮਝਦਾ ਕਿ ਕਿਤੇ ਨਾ ਕਿਤੇ BJP ਜਿਹੜੀ ਉਹ ਹਤਾਸ਼ਾ ਦੀ ਔਰ ਨਿਰਾਸ਼ਾ ਦੀ ਸਟੇਟ ਦੇ ਵਿੱਚ ਹੈ, ਔਰ ਜਿਸ ਤਰੀਕੇ ਦਾ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੂੰਹ ਨਹੀਂ ਲਾਇਆ ਹੈਗਾ, ਜਾਂ ਪਹਿਲਾਂ ਖੇਤੀ ਕਾਨੂੰਨ ਜਿਸ ਤਰੀਕੇ ਨਾਲ ਸੈਂਟਰ ਸਰਕਾਰ ਨੂੰ ਨਮੋਸ਼ ਹੋ ਕੇ ਵਾਪਸ ਲੈਣੇ ਪਏ, ਉਹਦਾ ਬਦਲਾ ਜਿਹੜਾ ਪੰਜਾਬ ਤੋਂ ਲਿਆ ਜਾ ਰਿਹਾ ਹੈ, ਪੰਜਾਬ ਦੇ ਹਿੱਤਾਂ ਦੇ ਉੱਪਰ ਡਾਕਾ ਮਾਰਿਆ ਜਾ ਰਿਹਾ ਹੈ, ਜਿਹਨੂੰ ਕਿ ਆਮ ਆਦਮੀ ਪਾਰਟੀ ਜਿਸ ਚੀਜ਼ ਦੀ ਸਖਤ ਮੁਖਾਲਫਤ ਜਿਹੜੀ ਉਹ ਕਰਦੀ ਹੈ, ਤੇ ਸਾਡੀ ਸਰਕਾਰ ਬਣਨ ਦੇ ਉੱਪਰ ਇਹ ਪੰਜਾਬ ਦੇ ਹਿੱਤਾਂ ਦੀ ਰਾਖੀ ਜਿਹੜੀ ਪਹਿਲ ਦੇ ਆਧਾਰ ਦੇ ਉੱਪਰ ਕੀਤੀ ਜਾਵੇ। ਕੇਂਦਰ ਸਰਕਾਰ, ਤੁਹਾਨੂੰ ਮੈਂ ਯਾਦ ਕਰਾਊਂਗਾ ਕਿ ਜਦੋਂ ਮੋਦੀ ਸਾਹਿਬ PM ਬਣਨ ਤੋਂ ਪਹਿਲਾਂ CM ਸੀਗੇ ਗੁਜਰਾਤ ਦੇ, ਉਦੋਂ ਕਿਹਾ ਕਰਦੇ ਸੀ ਕਿ ਕੇਂਦਰ ਔਰ ਸਟੇਟ ਸਰਕਾਰਾਂ ਨੇ ਜਿਹੜੀਆਂ ਉਹ ਵੱਡਾ ਭਰਾ ਛੋਟੇ ਭਰਾ ਵਾਲਾ ਰਿਲੇਸ਼ਨ ਹੁੰਦਾ, ਕੋਆਰਡੀਨੇਸ਼ਨ ਵਾਲਾ ਰਿਲੇਸ਼ਨ ਹੋਣਾ ਚਾਹੀਦਾ। ਪਰ ਜਦੋਂ ਦੀ BJP ਦੀ ਸਰਕਾਰ ਬਣੀ ਹੈ ਉਦੋਂ ਦਾ ਤਾਂ ਉਹਨਾਂ ਨੇ ਜਿਵੇਂ ਸਟੇਟਾਂ ਨੂੰ ਗੁਲਾਮ ਕਰਨ ਦਾ ਕੰਮ ਹੈ ਜਿਹੜਾ ਉਹ ਫੜ ਰੱਖਿਆ, ਜਿਹੜਾ ਕਿ ਜ਼ਿਕਰ ਕਰਦੇ ਨੇ ਡਬਲ ਇੰਜਨ। ਅਰੋੜਾ ਸਾਹਿਬ ਹੁਣ ਵੀ ਡਬਲ ਇੰਜਨ ਕਹਿ ਰਹੇ ਨੇ ਪੰਜਾਬ 'ਚ। ਨਹੀਂ, ਡਬਲ ਇੰਜਨ ਵਾਲਾ ਤਾਂ ਜਿਹੜਾ ਗੱਲ ਕਰਦੇ ਨੇ ਉਹ ਡਬਲ ਇੰਜਨ ਤਾਂ ਪੰਜਾਬ ਨੂੰ ਤਬਾਹੀ ਵਾਲੇ ਪਾਸੇ ਲੈ ਕੇ ਜਾਊਗਾ ਜੀ। ਹੁਣ ਜਿੰਨਾ ਇਹਨਾਂ 1.5-2 ਸਾਲ ਦੇ ਵਿੱਚ ਹੀ ਕਿੰਨੇ ਫੈਸਲੇ ਪੰਜਾਬ ਦੇ ਅਗੇਂਸਟ ਕੀਤੇ ਨੇ ਜੀ, ਉਹਨਾਂ ਦਾ ਲੇਖਾ ਜੇਖਾ ਪਹਿਲਾਂ ਦੇਣ। ਡਬਲ ਇੰਜਨ ਤਾਂ ਠੀਕ ਹੈ, ਤਾਕਤ ਤੁਹਾਡੇ 'ਚ ਹੈਗੀ, ਪਰ ਜੇ ਤਾਕਤ ਤੁਹਾਡੀ ਪੰਜਾਬ ਨੂੰ ਜਿਹੜਾ ਕਿ ਇੱਕ ਬਾਰਡਰ ਸਟੇਟ ਹੈ, ਇੱਕ ਸੈਂਸਿਟਿਵ ਸਟੇਟ ਹੈ, ਜੇ ਉਹਨੂੰ ਤਬਾਹੀ ਵਾਲੇ ਪਾਸੇ ਲੈ ਕੇ ਜਾਊਗੀ, ਫਿਰ ਇਹੋ ਜਿਹੇ ਡਬਲ ਇੰਜਨ ਤੋਂ ਪੰਜਾਬ ਦੇ ਲੋਕਾਂ ਨੇ ਕੀ ਕਰਾਉਣਾ? ਠੀਕ ਹੈ ਅਮਨ ਜੀ, ਸ਼ੁਕਰੀਆ ਜੁੜਨ ਦੇ ਲਈ, ਧੰਨਵਾਦ ਹੈ। ਅਮਨ ਭਾਰਦਵਾਜ ਵੀ ਨੇ ਸਾਡੇ ਨਾਲ, ਉਹਨਾਂ ਕੋਲ ਵੀ ਜਾਵਾਂਗੇ। ਪਰ ਦੂਸਰੇ ਪਾਸੇ ਹਰਜੀਤ ਗਰੇਵਾਲ ਹੋਰੀ ਜੁੜ ਗਏ ਨੇ, ਪੰਜਾਬ ਲੀਡਰਸ਼ਿਪ ਤੋਂ BJP ਦੇ ਆਗੂ ਨੇ। ਗਰੇਵਾਲ ਸਾਹਿਬ, ਤੁਸੀਂ ਕੀ ਕਹੋਗੇ? ਕਿਉਂਕਿ ਹੁਣੇ ਤੁਸੀਂ ਸੁਣਿਆ ਹੋਗਾ, ਉਮੀਦ ਕਰਦੀ ਹਾਂ, ਅਮਨ ਜੀ ਜੋ ਗੱਲ ਕਰ ਰਹੇ ਸੀਗੇ ਕਿ ਸਿੱਧੇ ਤੌਰ ਤੇ BJP ਢਾਲ ਆ ਰਹੀ ਹੈ, ਬਦਲਾ ਲਿਆ ਜਾ ਰਿਹਾ ਹੈ, ਕਾਨੂੰਨਾਂ ਨੂੰ ਜੋ ਰੱਦ ਕਰਨਾ ਪਿਆ ਉਹਨਾਂ ਨੂੰ ਦਬਾ ਚਾ ਕੇ ਪੰਜਾਬ ਦੇ ਲੋਕਾਂ ਤੇ ਹੁਣ ਚੰਡੀਗੜ੍ਹ ਦੇ ਰਾਹੀਂ ਬਦਲਾ ਲਿਆ ਜਾ ਰਿਹਾ। ਦੇਖੋ, ਮੈਂ ਇਹ ਸਮਝਦਾ ਕਿ ਇਹ ਲੋਕ ਨਾ ਜਦੋਂ ਵੀ ਕੋਈ ਗੱਲ ਕਰਨੀ ਚਾਹੀਦੀ ਹੈ ਬੜੀ ਜ਼ਿੰਮੇਵਾਰੀ ਨਾਲ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ। ਪੰਜਾਬ ਨੂੰ ਕੀ ਢਾਲ ਆਈ ਜਾ ਰਹੀ ਹੈ? ਪਹਿਲੀ ਗੱਲ ਤਾਂ BBMB 'ਚ ਅਸਲੀ ਗੱਲ ਇਹ ਨਹੀਂ ਦੱਸਦੇ ਵੀ ਕੀ ਹੋਈ ਆ। ਉਹਦੇ 'ਚ 4% ਮੁਲਾਜ਼ਮ ਇਸ ਕਰਕੇ ਰਹਿ ਗਏ ਕਿ ਜਦੋਂ ਵੀ ਪੰਜਾਬ ਤੋਂ ਮੁਲਾਜ਼ਮ ਮੰਗੇ ਉਹਨਾਂ ਨੇ ਦਿੱਤੇ ਨਹੀਂ, ਉਹ ਤਾਂ ਦੱਸਦੇ ਨਹੀਂ ਹੈ। ਸਾਡੇ 60% ਸੀ ਉਹਦੇ 'ਚ। ਇਸੇ ਤਰ੍ਹਾਂ ਹੁਣ ਚੰਡੀਗੜ੍ਹ ਦੀ ਗੱਲ ਆ, ਸਿਟਕੋ 'ਚ ਜੇ ਆਖਰ ਤਾਂ ਟ੍ਰਾਂਸਫਰ ਹੋਣੀਆਂ ਹੁੰਦੀਆਂ ਨੇ ਤੇ ਪੰਜਾਬ ਤੇ ਜਿਹੜੇ ਆਫੀਸਰ ਦੇਣੇ ਆ ਉਹ ਇਹ ਭੇਜਦੇ ਆ ਡੈਪੂਟੇਸ਼ਨ ਲਈ, 3 ਆਫੀਸਰ ਦਾ ਉਹ ਭੇਜਦੇ ਆ ਪੈਨਲ। ਉਹ ਪੈਨਲ ਦੇ ਵਿੱਚੋਂ ਫਿਰ ਸਿਲੈਕਟ ਕੀਤੇ ਜਾਂਦੇ, ਮਿਨਿਸਟਰੀ ਆਫ ਹੋਮ ਅਫੇਅਰਸ ਕਰਦੀ ਆ ਔਰ ਪਹਿਲਾਂ ਗਵਰਨਰ ਦੇ ਥਰੂ ਹੋ ਜਾਂਦੇ ਆ। ਤੇ ਇਹ ਤਰੀਕਾ ਹੈਗਾ। ਜੇ ਕੁਝ ਟਾਈਮ ਵਾਸਤੇ ਕਿਸੇ ਦੂਸਰੇ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਉਹਦੇ 'ਚ ਕੀ ਬੁਰਾਈ ਹੈ? ਸਿਟਕੋ ਦੇ MD ਦੀ ਗੱਲ ਕਰਦੇ ਹੋ ਤੁਸੀਂ, ਤੇ ਉਹਦੇ ਨਾਲ ਕੀ ਹੋ ਗਿਆ? ਉਹਦੇ ਚੰਡੀਗੜ੍ਹ ਤੋਂ ਕਿਹੜਾ ਹੱਕ ਖੋਲਿਆ? ਇਹ ਵੀ ਸਮਝ ਨਹੀਂ ਆ ਰਹੀ। ਨਹੀਂ, ਦਿੱਲੀ ਤੋਂ ਕਹਿੰਦੇ 1 ਮਹੀਨੇ ਪਹਿਲਾਂ ਚੰਡੀਗੜ੍ਹ ਆਏ ਸੀਗੇ ਉਹ ਅਫਸਰ ਜਿਨ੍ਹਾਂ ਨੂੰ ਹੁਣ ਲਾ ਦਿੱਤਾ ਗਿਆ MD। ਇਹ ਇਤਰਾਜ਼ ਹੈ ਕਿਉਂਕਿ 8 ਵਾਰ ਬੇਸ਼ੱਕ ਇਹ ਵੀ ਜ਼ਿਕਰ ਹੋਇਆ ਗਰੇਵਾਲ ਸਾਹਿਬ ਕਿ 8 ਵਾਰ ਮੰਗਿਆ ਗਿਆ, ਪਰ ਕੋਡ ਆਫ ਕੰਡਕਟ ਲੱਗਿਆ ਹੋਇਆ ਸੀ ਉਸ ਦੌਰਾਨ, ਸ਼ਾਇਦ ਉਹ ਨਾਂ ਨਹੀਂ ਭੇਜੇ ਗਏ ਹੈਗੇ। ਤੇ ਫਿਰ ਜਦੋਂ ਨਹੀਂ ਭੇਜੇ ਜਾਣਗੇ ਤੇ ਫਿਰ ਉਹ ਕਿਸੇ ਨਾ ਕਿਸੇ ਨੂੰ ਤਾਂ ਲਾਉਣਗੇ। ਇਹੀ ਗੱਲ BBMB ਦੀ ਹੋਈ ਹੈ। ਸਟੇਟ ਗਵਰਨਮੈਂਟ ਆਪਣੀ ਫੇਲਿਅਰ ਨਹੀਂ ਮੰਨਦੀ। ਐਡਮਿਨਿਸਟ੍ਰੇਸ਼ਨ ਤਾਂ ਕੰਮ ਕਰਦੀ ਰਹਿੰਦੀ ਹੈ, ਕੋਡ ਲੱਗਿਆ ਹੋਵੇ ਜਾਂ ਨਾ ਲੱਗਿਆ ਹੋਵੇ। ਉਹ ਕੋਡ ਤੋਂ ਪਹਿਲਾਂ ਦੇ ਮੰਗਦੇ ਰਹੇ ਆ। ਤੇ ਤੁਸੀਂ ਪਤਾ ਕਰਕੇ ਦੇਖੋ ਕਿ ਕਿੰਨੀਆਂ ਚਿੱਠੀਆਂ ਗਈਆਂ ਨੇ ਇਹਨਾਂ ਨੂੰ, ਔਰ ਇਹਨਾਂ ਨੇ ਉੱਥੇ ਪੈਨਲ ਭੇਜਿਆ ਨਹੀਂ ਹੈ, ਤਾਂ ਉਹਦੇ 'ਚ ਕੀ ਹੋ ਸਕਦਾ? ਤੇ ਇਸ ਕਰਕੇ ਆਖਰ ਤਾਂ ਨਵੇਂ ਲੋਕਾਂ ਨੂੰ ਲਗਾਉਣਾ ਪੈਂਦਾ, ਪੁਰਾਣਿਆਂ ਨੂੰ ਹਟਾਉਣਾ ਪੈਂਦਾ। ਤੇ ਉਹਦੇ ਲਈ ਆਪਣੀ ਰਿਸਪੌਂਸਿਬਿਲਿਟੀ ਉਹ ਨਹੀਂ ਕਰਦੇ। ਪੰਜਾਬ ਨਾਲ ਧੱਕਾ ਹੋ ਗਿਆ, ਕੇਂਦਰ ਨੇ ਕਰਤਾ, ਮੋਦੀ ਜੀ ਦੇ ਖਿਲਾਫ ਬੋਲਣਾ, ਇਹ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ। ਵਿਰੋਧੀ ਦਲਾਂ ਨੂੰ ਉਹ ਜਾਣ ਦਾ ਤੇ ਮੋਦੀ ਜੀ ਦਾ ਚਿਹਰਾ ਖਰਾਬ ਕਰਨ ਲੱਗੇ ਨੇ, ਪਰ ਇਸ ਤਰ੍ਹਾਂ ਨਹੀਂ ਹੋਇਆ ਕਰਦਾ। ਪੰਜਾਬ ਦੇ ਲੋਕ, ਦੇਸ਼ ਦੇ ਲੋਕ ਸਭ ਕੁਝ ਜਾਣਦੇ ਆ। ਇਹਨਾਂ ਦੀ ਫੇਲਿਅਰ ਵੀ ਤੁਸੀਂ, ਮੈਂ ਮੀਡੀਆ ਨੂੰ ਪ੍ਰਾਰਥਨਾ ਕਰਦਾ ਕਿ ਨਾਲ ਦੱਸੋ ਕਿ ਤੁਹਾਡੇ ਕੋਲੋਂ ਪੈਨਲ ਮੈਂ ਤਾਂ ਜ਼ਿਕਰ ਕੀਤਾ, ਪਰ ਇਹ ਸਵਾਲ ਚੁੱਕਦੇ ਨੇ ਨਾ ਕਿ ਜੇਕਰ ਸਿਲੈਕਸ਼ਨ ਹੋਈ ਹੈ ਤਾਂ ਦਿੱਲੀ ਦੇ ਅਫਸਰ ਕਿਉਂ ਫਿਰ ਪੰਜਾਬ ਦੇ ਲੈਣੇ ਚਾਹੀਦੇ ਸੀ, ਜੇਕਰ ਸੈਂਟਰ ਦੇ ਵੱਲੋਂ ਆਪਣੇ ਤੌਰ ਤੇ ਕਰਨਾ ਹੀ ਹੈ। ਜੋ ਇਹ ਚੁੱਕਣਗੇ ਉਹ ਗੱਲ ਸਹੀ ਹੋਏਗੀ, ਉਹੀ ਕਰਨੀ ਪਏਗੀ। ਇਹਨਾਂ ਦੇ ਮੁਤਾਬਕ ਨਹੀਂ ਚੱਲ ਸਕਦੀ ਐਡਮਿਨਿਸਟ੍ਰੇਸ਼ਨ। ਔਰ ਇਹ ਜਿਹੜੇ ਲੀਡਰ ਨੇ ਇਹ ਰਿਸਪੌਂਸਿਬਲ ਨੇ ਔਰ ਬਿਨਾਂ ਸੂਝ-ਬੂਝ ਤੋਂ ਬੋਲਦੇ ਨੇ। ਮੈਂ ਤਾਂ ਇਹ ਕਹਿਣਾ ਕਿ ਬਾਦਲ ਸਾਹਿਬ ਤੇ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਪੰਜਾਬ ਜਿਹੜਾ ਲੀਡਰਲੈਸ ਹੋ ਗਿਆ। ਪੋਲੀਟੀਕਲ ਜਿਹੜੀ ਲੀਡਰਸ਼ਿਪ ਆ ਉਹ ਪੰਜਾਬ ਦੀ ਉਸ ਲੈਵਲ ਦੀ ਰਹੀ ਨਹੀਂ, ਔਰ ਇਹ ਇਰਰਿਸਪੌਂਸਿਬਲ ਸਟੇਟਮੈਂਟਸ ਦਿੰਦੇ ਨੇ ਔਰ ਏਦਾਂ ਦੇ ਕਮੈਂਟਸ ਕਰਦੇ ਨੇ ਜਿਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਇਹਨਾਂ ਲੋਕਾਂ ਦੀ ਹੁੰਦੀ।
ਕਿ ਇਹਨਾਂ ਨੇ ਆਪਣੀ ਗੱਲ ਕਹਿ ਦੇਣੀ ਆ। ਕਦੇ ਚੰਡੀਗੜ੍ਹ ਦਾ ਐਡਮਿਨਿਸਟ੍ਰੇਟਰ ਹਟਾਇਆ ਜਾ ਰਿਹਾ, ਕਦੇ ਚੰਡੀਗੜ੍ਹ ਦਾ ਐਡਵਾਈਜ਼ਰ ਹਟਾਇਆ ਜਾ ਰਿਹਾ, ਕੁਝ ਨਹੀਂ ਹਟਿਆ। ਜਦੋਂ ਹੋਮ ਮਿਨਿਸਟਰ ਨੇ ਇਹ ਕਹਿਤਾ ਭਾਰਤ ਸਰਕਾਰ ਨੇ ਕਿ ਭਾਈ ਚੰਡੀਗੜ੍ਹ ਦੇ ਯੂਟੀ 'ਚ ਕੋਈ ਬਦਲਾਅ ਨਹੀਂ ਕੀਤਾ ਜਾ ਰਿਹਾ, ਤਾਂ ਉਹਦੇ 'ਚ ਕੀ ਹੈ? ਹੁਣ ਅਫਸਰਾਂ ਤਾਂ ਕੰਮ ਲੈਣਾ, ਜੇ ਤੁਸੀਂ ਨਹੀਂ ਭੇਜੋਗੇ ਪੈਨਲ ਤੇ ਤੁਹਾਡੇ ਹਿਸਾਬ ਨਾਲ ਲਾਵਾਂਗੇ। ਇਹ ਨਹੀਂ ਹੋ ਸਕਦਾ ਕਦੇ ਵੀ। ਚਲੋ ਤੁਸੀਂ ਆਪਣਾ ਪੱਖ ਰੱਖਿਆ ਗਰੇਵਾਲ ਸਾਹਿਬ, ਸ਼ੁਕਰੀਆ, ਧੰਨਵਾਦ ਹੈ ਜੁੜਨ ਦੇ ਲਈ। ਪਰ ਵੱਡਾ ਮੁੱਦਾ ਇਹ ਚੁੱਕਿਆ ਜਾ ਰਿਹਾ ਜ਼ਰੂਰ, ਖਾਸ ਤੌਰ ਤੇ ਜੇਕਰ ਸਿਟਕੋ ਦੀ ਗੱਲ ਕੀਤੀ ਜਾਏ ਤਾਂ ਚੰਡੀਗੜ੍ਹ ਇੰਡਸਟਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਟਡ ਲਿਮਟਿਡ ਹੈ, ਯਾਨੀ ਕਿ ਚੰਡੀਗੜ੍ਹ ਇੰਡਸਟਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ ਦੇ ਵਿੱਚ ਇੱਕ ਚੇਅਰਪਰਸਨ ਹੈ, ਇੱਕ ਮੈਨੇਜਿੰਗ ਡਾਇਰੈਕਟਰ ਹੈ, 6 ਡਾਇਰੈਕਟਰ ਹੁੰਦੇ ਨੇ। ਪੰਜਾਬ ਕੈਡਰ ਦੇ ਆਈਐਸ ਜਸਵਿੰਦਰ ਕੌਰ ਸਿੱਧੂ ਇਸ ਵਕਤ ਸਿਟਕੋ ਦੇ ਮੈਨੇਜਿੰਗ ਡਾਇਰੈਕਟਰ ਨੇ। ਪਰ ਜੇਕਰ ਹੁਣ ਦੀ ਹਾਲ ਹੀ ਦੀ ਗੱਲ ਕੀਤੀ ਜਾਵੇ ਤਾਂ ਸਿਲੈਕਸ਼ਨ ਹੋਈ ਹੈ, ਯਾਨੀ ਕਿ ਐਮਡੀ ਜਿਹੜੇ ਨੇ ਉਹ ਨਿਯੁਕਤ ਕੀਤੇ ਗਏ ਨੇ। ਜੋ ਜਾਣਕਾਰੀ ਮਿਲੀ ਹੈ ਸਾਡੇ ਪੱਤਰਕਾਰ ਦੇ ਹਵਾਲੇ ਤੋਂ ਕਿ ਦਿੱਲੀ ਤੋਂ 1 ਮਹੀਨਾ ਪਹਿਲਾਂ ਹੀ ਆਏ ਸੀ। ਸੋ ਅਮਨ ਭਾਰਦਵਾਜ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ। ਅਮਨ, ਜੇਕਰ ਮੇਰੀ ਆਵਾਜ਼ ਪਹੁੰਚ ਪਾ ਰਹੀ ਹੈ ਤਾਂ ਤੁਸੀਂ ਵੀ ਤਰਕ ਸੁਣੇ। ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਏ ਜਾਂ ਦੂਜੇ ਪਾਸੇ ਬੀਜੇਪੀ ਨੇ ਸਾਫ਼ ਕਹਿ ਦਿੱਤਾ ਕਿ ਜਾਣਬੁੱਝ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਨੇ, ਜਦਕਿ ਨਾ ਹੀ ਨਹੀਂ ਆਉਣਗੇ ਤਾਂ ਫਿਰ ਕਿੱਥੋਂ ਸਿਲੈਕਸ਼ਨ ਹੋ ਜਾਏਗੀ? ਬਿਲਕੁਲ ਸਾਫ਼ ਤੌਰ ਤੇ ਗੁਰਜੋਤ ਹੋ ਰਹੀ ਗੱਲ ਜਿਹੜੀ ਹੈ ਉਹ ਚੰਡੀਗੜ੍ਹ ਪ੍ਰਸ਼ਾਸਨ ਦੇ ਅਫਸਰ ਵੀ ਕਹਿ ਰਹੇ ਨੇ ਕਿ ਇਹ ਪਹਿਲੀ ਦਫਾ ਨਹੀਂ ਹੈ। 25 ਫਰਵਰੀ ਨੂੰ ਆਖਰੀ ਵਾਰ ਪੈਨਲ ਲਈ ਰਿਕੁਐਸਟ ਕੀਤੀ ਗਈ ਔਰ ਪੈਨਲ 3 ਮਹੀਨੇ ਤੋਂ, ਪਿਛਲੇ 3 ਮਹੀਨੇ ਤੋਂ 25 ਫਰਵਰੀ ਤੋਂ ਤੁਸੀਂ ਲਗਾਓ ਕਿ ਪਿਛਲੇ 3 ਮਹੀਨੇ ਤੱਕ ਜਿਹੜਾ ਹੈ ਉਹ ਪੈਨਲ ਦੇ ਲਈ ਰਿਕੁਐਸਟ ਕੀਤੀ ਗਈ, ਪੈਨਲ ਮੰਗਿਆ ਗਿਆ ਔਰ 8 ਵਾਰ ਕੁੱਲ ਜਿਹੜਾ ਹੈ ਉਹ ਪੈਨਲ ਕਿਸ ਨੂੰ ਐਮਡੀ ਲਗਾਇਆ ਜਾਣਾ, ਪੈਨਲ ਭੇਜਿਆ ਜਾਵੇ, ਲੇਕਿਨ ਪੰਜਾਬ ਸਰਕਾਰ ਵੱਲੋਂ ਜਵਾਬ ਕੋਈ ਨਹੀਂ ਆਇਆ। ਇਹ ਚੰਡੀਗੜ੍ਹ ਪ੍ਰਸ਼ਾਸਨ ਦੇ ਜਿਹੜੇ ਅਫਸਰ ਨੇ ਉਹ ਜਾਣਕਾਰੀ ਦੇ ਰਹੇ ਸੀਗੇ ਔਰ ਇਹੀ ਕਾਰਨ ਹੈ ਉਸ ਤੋਂ ਬਾਅਦ ਜਸਵਿੰਦਰ ਕੌਰ ਸਿੱਧੂ ਨੂੰ ਹਟਾ ਕੇ ਅੱਜ ਦੇ ਦਿਨ ਤੋਂ ਹੀ ਜਿਹੜਾ ਹੈ ਪੂਰਵਾ ਗਰਗ ਜੋ ਹੁਣ ਤੱਕ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ 'ਚ ਕੰਮ ਕਰ ਰਹੇ ਸੀ ਔਰ ਮਹੀਨੇ ਤੋਂ ਪਹਿਲਾਂ ਜਿਹੜਾ ਹੈ ਉਹ ਦਿੱਲੀ ਸੀਗੇ, ਉਹਨਾਂ ਨੂੰ ਇਸ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਲੇਕਿਨ ਇਸ ਨੂੰ ਪੰਜਾਬ ਇੱਕ ਨਜ਼ਰੀਏ ਤੋਂ ਜ਼ਰੂਰ ਜੋੜ ਕੇ ਦੇਖ ਰਿਹਾ, ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਇਹ ਖਦਸ਼ਾ ਜ਼ਰੂਰ ਹੈ ਕਿ ਇਸ ਨੂੰ ਵੀ BBMB ਇਸ਼ੂ ਦੇ ਵਾਂਗ ਇਸ ਇਸ਼ੂ ਨੂੰ ਵੇਖਿਆ ਜਾਏਗਾ ਔਰ ਕਿਉਂਕਿ ਪੰਜਾਬ ਦੇ ਵੱਲੋਂ ਕੋਈ ਰਿਸਪੌਂਸ ਨਹੀਂ ਆਇਆ, ਇਸੇ ਲਈ ਉਹ ਬਾਰ-ਬਾਰ ਇਸ ਗੱਲ ਦਾ ਜ਼ਿਕਰ ਜ਼ਰੂਰ ਕਰ ਰਹੇ ਨੇ। ਲੇਕਿਨ ਜਿਸ ਤਰੀਕੇ ਦੇ ਨਾਲ BBMB ਦਾ ਡਿਸੀਜਨ ਹੋਇਆ ਨਿਯੁਕਤੀਆਂ ਦੇ, ਠੀਕ ਹੈ ਅਮਨ, ਮੈਂ ਰੋਕਣਾ ਚਾਹੂੰਗੀ, ਬਣੇ ਰਹੋ ਸਾਡੇ ਨਾਲ। ਹਰਚਰਨ ਬੈਂਸ ਹੋਰੀ ਨੇ ਸਾਡੇ ਨਾਲ, ਅਕਾਲੀ ਆਗੂ ਨੇ ਫੋਨ ਲਾਈਨ ਤੇ। ਬੈਂਸ ਸਾਹਿਬ, ਤੁਸੀਂ ਕੀ ਕਹੋਗੇ? ਬੀਜੇਪੀ ਨਾਲ ਗੱਲ ਕੀਤੀ ਉਹਨਾਂ ਦੇ ਆਗੂ ਦੇ ਨਾਲ, ਉਹਨਾਂ ਦਾ ਕਹਿਣਾ ਹੈ ਕਿ ਜਾਣਬੁੱਝ ਕੇ ਬਦਨਾਮ ਕਰ ਰਹੀ ਹੈ ਬੀਜੇਪੀ ਨੂੰ ਬਦਨਾਮ ਕੀਤਾ ਜਾ ਰਿਹਾ ਪਾਰਟੀਆਂ, ਔਰ ਅੱਗੇ ਜੇਕਰ ਚਰਚਾਵਾਂ ਦੀ ਗੱਲ ਕਰੀਏ ਤਾਂ ਅਲਾਈਅੰਸ ਵੀ ਹੋ ਸਕਦਾ ਹੈ ਅਕਾਲੀ ਦਲ ਦਾ ਬੀਜੇਪੀ ਦੇ ਨਾਲ। ਪਰ ਜੋ ਇਹ ਫੈਸਲੇ ਚੰਡੀਗੜ੍ਹ ਨੂੰ ਲੈ ਕੇ ਹਾਲ ਹੀ ਚ ਬੈਕ ਟੂ ਬੈਕ ਆ ਰਹੇ ਨੇ, ਕੀ ਕਹੋਗੇ? ਦੇਖੋ, ਜੇ ਬੀਜੇਪੀ ਸਮਝਦੀ ਹੈ ਕਿ ਬੀਜੇਪੀ ਨੂੰ ਬਦਨਾਮ ਕੀਤਾ ਜਾ ਰਿਹਾ ਤਾਂ ਬੀਜੇਪੀ ਬਦਨਾਮ ਨਾ ਹੋਵੇ, ਉਹ ਇਦਾਂ ਦੇ ਕੰਮ ਨਾ ਕਰੇ। ਦੇਖੋ, ਜਿਹੜੀ ਗੱਲ ਕੰਸਿਸਟੈਂਟਲੀ ਕੀਤੀ ਜਾ ਰਹੀ ਹੈ ਵੀ ਜਿਹੜੇ ਫੈਸਲੇ ਆ ਇਹ ਕੋਈ ਕੋਇਨਸੀਡੈਂਸ ਹੈ ਵੀ ਸਾਰੇ ਫੈਸਲੇ ਪੰਜਾਬ ਦੇ ਖਿਲਾਫ ਜਾ ਰਹੇ ਆ। ਮੈਂ ਬੀਜੇਪੀ ਵਾਲੇ ਜਿਹੜੇ ਆਪਣੇ ਵੀਰ ਨੇ ਬੈਠੇ, ਮੈਨੂੰ ਪਤਾ ਨਹੀਂ ਕੌਣ ਨੇ, ਲੇਕਿਨ ਜੋ ਵੀ ਹੈਗੇ ਨੇ ਮੈਂ ਸਤਿਕਾਰ ਕਰਦਾ, ਲੇਕਿਨ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਣੀ ਹਾਈ ਕਮਾਂਡ ਨੂੰ ਕਹਿਣ ਕਿ ਸਾਡੀ ਬਦਨਾਮੀ ਹੋ ਰਹੀ ਹੈ। ਜੇ ਖੁਦ ਮਹਿਸੂਸ ਕਰ ਰਿਹਾ ਕਿ ਨਾ ਇਹਨਾਂ ਗੱਲਾਂ ਨਾਲ ਬਦਨਾਮੀ ਹੋ ਰਹੀ ਹੈ, ਫਿਰ ਤਰ੍ਹਾਂ ਦਾ ਫਰਜ਼ ਬਣਦਾ ਹੈ ਆਪਣੀ ਪਾਰਟੀ ਦੀ ਇੱਜ਼ਤ ਬਚਾਉਣ ਔਰ ਇਸ ਤਰ੍ਹਾਂ ਦੇ ਫੈਸਲੇ ਰੋਕਣ। ਔਰ ਇਹ ਗੱਲ ਕੋਈ ਆਮ ਥੋੜੇ ਹੈ ਕਿ ਇੱਕ BBMB ਦਾ ਫੈਸਲਾ ਹੋ ਗਿਆ, ਉਹ ਤੋਂ ਪਹਿਲਾਂ ਪੰਜਾਬੀ ਲੈਂਗੁਏਜ ਦਾ ਫੈਸਲੇ, ਪੰਜਾਬੀ ਕਾਡਰ ਦਾ ਫੈਸਲਾ ਹੋ ਗਿਆ, ਉਹ ਤੋਂ ਬਾਅਦ ਹੁਣ ਆ ਹੋ ਗਿਆ। ਇਹ ਕਿਉਂ ਹੋ ਰਹੇ ਇਦਾਂ ਦੇ ਫੈਸਲੇ? ਇਹ ਕੀ ਐਡੀ ਮਜਬੂਰੀ ਹੈ? ਮੈਂ ਹੁਣ ਕੱਲ ਗੱਲ ਹੋ ਰਹੀ ਸੀ ਕਿ ਉਹ ਜਿਹੜਾ CISF ਲਾਤੀ ਉੱਥੇ BBMB ਦੇ ਉੱਤੇ, ਕਿ ਜੀ ਉਹ ਇਸ ਕਰਕੇ ਲਾਤੀ ਹੈ ਕਿ ਯੂਕਰੇਨ ਦੇ ਵਿੱਚ ਉਹ ਜੰਗ ਚੱਲ ਰਹੀ ਹੈ। ਆਪਣੇ ਤੋਂ ਹਾਸੋ ਹੀ ਗੱਲ ਕੀ ਹੋ ਸਕਦੀ ਹੈ? ਪੰਜਾਬ ਪੁਲਿਸ ਦਾ ਇੱਕ ਪੂਰੇ ਦੇਸ਼ 'ਚ ਇੱਕ ਰੈਪੂਟੇਸ਼ਨ ਹੈ ਐਜ਼ ਏ ਫੋਰਸ, ਉਹਨੂੰ ਹਟਾ ਕੇ ਤੁਸੀਂ ਦੂਜੀ ਫੋਰਸ ਲਾ ਰਹੇ ਹੋ। ਵੱਡੇ ਵੱਡੇ ਜਿਹੜੇ ਡੈਮ ਨੇ ਉੱਥੇ ਤਾਂ ਉਹਨਾਂ ਦੀਆਂ ਲੋਕਲ ਪੁਲਿਸ ਕਰ ਰਹੀ ਹੈ, ਇੱਥੇ ਤੁਸੀਂ ਇਹ ਕਰੀ ਜਾ ਰਹੇ ਹੋ। ਮੈਂ ਮਾਫੀ ਦੇ ਨਾਲ ਰੋਕ ਰਹੀ ਹਾਂ ਤੁਹਾਨੂੰ, ਸਮੇਂ ਦੀ ਬੇਹੱਦ ਘਾਟ ਹੈਗੀ ਹੈ, ਪਰ ਤੁਹਾਡੇ ਗੱਲਾਂ ਤੋਂ ਅੰਦਾਜ਼ਾ ਲੱਗ ਚੁੱਕਿਆ ਬਿਆਨ ਤੋਂ ਕਿ ਪੂਰੀ ਤਰ੍ਹਾਂ ਦੇ ਨਾਲ ਇਸ ਮੁੱਦੇ ਨੂੰ ਡਿਨਾਈ ਕਰਦੇ ਹੋ ਔਰ ਜੋ ਵੀ ਕੀਤਾ ਜਾ ਰਿਹਾ ਗਲਤ ਹੈ। ਸੋ ਕੁੱਲ ਮਿਲਾ ਕੇ ਇੱਕ ਪੱਖ ਵੱਖ-ਵੱਖ ਆ ਰਹੇ ਨੇ। ਅਮਨ ਭਾਰਦਵਾਜ, ਤੁਹਾਡਾ ਵੀ ਧੰਨਵਾਦ ਹੈ। ਇੱਕ ਬ੍ਰੇਕ ਦੇ ਲਈ ਰੁਕਦੇ ਹਾਂ, ਜਲਦੀ ਵਾਪਸ ਆਉਂਦੇ ਹਾਂ।